ਸਾਹਿਬ ਜੀਓ। ਗੁਰੂ ਗਰੀਬ ਨਿਵਾਜ, ਪਤਿਤ ਉਦਾਹਰਨ ਸਤਿਗੁਰ ਮੇਰਾ। ਮੋਹੇ ਤਿਸ ਕਾ ਪਰਵਾਸਾ, ਬਖਸ਼ ਲਏ ਸਭ ਸੱਚੇ ਸਾਹਿਬ। ਸੁਣ ਨਾਨਕ ਕੀ ਅਰਦਾਸਾ, ਕਿਛ ਰੂਪ ਨਹੀਂ ਕਿਛ ਜਾਤ ਨਾਹੀ, ਕਿਛ ਢੰਗ ਨਾ ਮੇਰਾ। ਕਿਆ ਮੂੰਹ ਲੈ ਬੋਲਾਂ ਗੁਣ ਬਿਹੂਣ, ਨਾਮ ਜਪਿਆ ਨਾ ਤੇਰਾ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਪਤਿਤ ਪਾਵਨ ਕਿਰਪਾ ਨਿਧਾਨ ਵਾਲੀਏ ਕੁਲ ਆਲਮ। ਗਿਆਨ ਦੇ ਸਾਗਰ ਗੁਰਬਾਣੀ ਦੇ ਮੁਜੱਸਮੇ ਸਰਵਰੇ ਕਾਇਨਾਤ, ਦੀਨ ਦੁਨੀਆ ਦੇ ਪਾਤਸ਼ਾਹ, ਦੀਨ ਦੁਨੀਆ ਦੇ ਰਹਿਬਰ, ਸਮੁੱਚੀ ਮਾਨਵਤਾ ਦੀ ਇੱਕ ਲੌਤੀ ਆਸ, ਗੁਰੂਆਂ ਦੇ ਗੁਰੂ, ਪੀਰਾਂ ਦੇ ਪੀਰ, ਸੰਤਾਂ ਦੇ ਸੰਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਬਾਰਗਾਹ ਦੇ ਅੰਦਰ ਸੁਸ਼ੋਭਿਤ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਕਾ ਖਾਸ ਰੂਪ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਡਭਾਗੇ ਹਾਂ, ਵੱਡੇ ਭਾਗ ਨੇ ਸਾਡੇ ਸਾਰਿਆਂ ਦੇ ਜੋ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਜੀਵਨ ਦੀਆਂ ਇਹ ਘੜੀਆਂ ਸਫਲੀਆਂ ਕਰ ਰਹੇ ਹਾਂ। ਸਾਧ ਸੰਗਤ, ਸਿੱਖ ਧਰਮ ਦੇ ਅੰਦਰ, ਗੁਰਬਾਣੀ ਦੇ ਅੰਦਰ ਸਾਧ ਸੰਗਤ ਪਲਕ ਕਹਿੰਦੇ ਨੇ ਅੱਖ ਝਮਕਣ ਜਿਤਨਾ ਸਮਾਂ। ਮਹਾਰਾਜ ਕਹਿੰਦੇ ਨੇ ਕੋਈ ਅੱਖ ਝਮਕਣ ਜਿਤਨਾ ਸਮਾਂ ਗੁਰੂ ਦੀ ਸੰਗਤ ਕਰ ਲਵੇ, ਗੁਰੂ ਦੀ ਸੰਗਤ ਵਿੱਚ ਆ ਜਾਵੇ। ਭਾਗਾਂ ਵਾਲਿਓ, ਗੁਰੂ ਉਹਦੀ ਜ਼ਿੰਦਗੀ ਨੂੰ ਸਵਰਗ ਬਣਾ ਦਿੰਦਾ ਹੈ। ਗੁਰੂ ਉਹਦੀ ਜ਼ਿੰਦਗੀ ਨੂੰ ਸਵਰਗ ਬਣਾ ਦਿੰਦਾ ਹੈ। ਆਪਾਂ ਬਾਬਾ ਕਬੀਰ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਕਬੀਰ ਏਕ ਘਰੀ ਆਦੀ ਘਰੀ, ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸਟੇ, ਜੋ ਕੀਨੇ ਸੋ ਲਾਭ। ਭਾਗਾਂ ਵਾਲਿਓ, ਅੱਧੀ ਤੋਂ ਅੱਧੀ ਘੜੀ, ਅੱਧੀ ਤੋਂ ਅੱਧੀ ਘੜੀ ਜੇ ਬੰਦਾ ਭਾਵਨਾ ਦੇ ਨਾਲ ਗੁਰੂ ਦੀ ਸੰਗਤ ਵਿੱਚ ਬੈਠ ਜਾਵੇ, ਗੁਰੂ ਦੀ ਸੰਗਤ ਕਰ ਲਵੇ, ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਸਾਰੀ ਜ਼ਿੰਦਗੀ ਮਨੁੱਖ ਨੂੰ ਉਸ ਦਾ ਲਾਭ ਹੀ ਲਾਭ ਪ੍ਰਾਪਤ ਹੁੰਦਾ ਹੈ। ਸਾਧ ਸੰਗਤ, ਅੱਜ ਆਪਾਂ ਸਾਰੇ ਸਾਡੇ ਬਹੁਤ ਸਤਿਕਾਰਯੋਗ ਸੱਚਖੰਡ ਵਾਸੀ ਸੰਤ ਬਾਬਾ ਗੁਰਮੀਤ ਸਿੰਘ ਜੀ ਦੀ ਯਾਦ ਦੇ ਵਿੱਚ ਜੁੜ ਬੈਠੇ ਆ। ਦਾਸ ਤੋਂ ਪਹਿਲਾਂ ਗੁਰੂ ਘਰ ਦੇ ਕੀਰਤਨੀਆਂ ਨੇ ਆਪ ਸਰਬੱਤ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਹੈ। ਬੜੇ ਪਿਆਰ ਦੇ ਨਾਲ ਆਪਾਂ ਭਾਈ ਸਾਹਿਬ ਹੋਣਾ ਦੇ ਜਥੇ ਪਾਸੋਂ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਆਓ ਭਾਗਾਂ ਵਾਲਿਓ, ਕੁਝ ਸਮਾਂ ਦਾਸ ਨੇ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣੀ ਹੈ। ਬੜੇ ਪਿਆਰ ਦੇ ਨਾਲ, ਬੜੀ ਭਾਵਨਾ ਦੇ ਨਾਲ ਆਪਾਂ ਗੁਰੂ ਦੀ ਗੋਦ ਵਿੱਚ ਬੈਠ ਕੇ ਵਿਚਾਰਾਂ ਸਰਵਣ ਕਰਨੀਆਂ ਨੇ। ਮੈਂ ਅਕਸਰ ਇੱਕ ਬੇਨਤੀ ਕਰਦਾ ਹੁੰਨਾ, ਦੁਨੀਆ ਦੇ ਜਿੰਨੇ ਦਫ਼ਤਰ ਨੇ ਉਹਨਾਂ ਦਫ਼ਤਰਾਂ ਦੇ ਵਿੱਚ ਸਰੀਰ ਦੀ ਹਾਜ਼ਰੀ ਲੱਗਦੀ ਹੈ, ਪਰ ਗੁਰੂ ਨਾਨਕ ਦਾ ਆ ਦਫ਼ਤਰ ਹੈ, ਆ ਦਰ ਹੈ, ਆ ਘਰ ਹੈ
ਜਿੱਥੇ ਸਰੀਰ ਦੀ ਨਹੀਂ ਬਲਕਿ ਮਨ ਦੀ ਹਾਜ਼ਰੀ ਲੱਗਦੀ ਹੈ। ਜੇ ਸਰੀਰ ਕਰਕੇ ਇੱਥੇ ਬੈਠੇ ਆ, ਮਨ ਬਾਹਰ ਭਟਕ ਰਿਹਾ ਹੈ, ਗੁਰੂ ਕੋਲ ਬੈਠਿਆ ਸਾਡਾ ਪ੍ਰਵਾਨ ਨਹੀਂ। ਤੇ ਜੇ ਸਰੀਰ ਕਰਕੇ ਵੀ ਹਾਜ਼ਰ ਆ, ਮਨ ਕਰਕੇ ਵੀ ਹਾਜ਼ਰ ਆ, ਫਿਰ ਸਾਧ ਸੰਗਤ ਗੁਰੂ ਦੇ ਚਰਨਾਂ ਦੇ ਵਿੱਚ ਸਾਡੀ ਹਾਜ਼ਰੀ ਜ਼ਰੂਰ ਲੱਗੇਗੀ। ਮਹਾਰਾਜ ਦੀ ਬਾਣੀ ਪੜ੍ਹਦੇ ਆ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਮਹਾਰਾਜ ਨੇ ਤੇ ਬਾਣੀ ਚ ਕਿਹਾ, ਗੁਰ ਸਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ, ਜਾਂ ਮਨ ਰਹਿ ਹਦੂਰ। ਗੁਰੂ ਦੀ ਕਿਰਪਾ ਦਾ, ਗੁਰੂ ਦੀ ਰਹਿਮਤ ਦਾ, ਗੁਰੂ ਦੀ ਬਖਸ਼ਿਸ਼ ਦਾ ਪਾਤਰ ਉਹੋ ਹੀ ਬਣ ਸਕਦਾ ਏ ਭਾਗਾਂ ਵਾਲਿਓ, ਜਿਹਦਾ ਮਨ ਕਰਕੇ ਗੁਰੂ ਚਰਨਾਂ ਦੇ ਨਾਲ ਪਿਆਰ ਹੈ। ਆਓ ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਦਸ਼ਮੇਸ਼ ਪਿਤਾ ਸਰਬੰਸ ਦਾਨੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ ਜੀ। ਇੱਕੋ ਵਾਰੀ ਕਹਿਣ ਤੇ ਫਤਿਹ ਪ੍ਰਵਾਨ ਕਰੋ ਜੀ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਜਿਹੜੀ ਬੇਨਤੀ ਕਰਨ ਲੱਗਾ ਇਹਨੂੰ ਥੋੜਾ ਜਿਹਾ ਧਿਆਨ ਦੇ ਕੇ ਸਰਵਣ ਕਰਿਓ। ਵੇਖੋ ਜੀ, ਸਾਡੇ ਪਿੰਡ ਦੇ ਵਿੱਚ, ਸਾਡੇ ਨਗਰ ਦੇ ਵਿੱਚ ਕੋਈ ਚੜ੍ਹਾਈ ਕਰ ਜਾਵੇ, ਹੱਦ ਉਹਨੂੰ ਅਸੀਂ 15 ਦਿਨ ਯਾਦ ਰੱਖਦੇ ਆਂ, 1 ਮਹੀਨਾ ਯਾਦ ਰੱਖਦੇ ਆਂ, ਤੇ ਜਾਂ ਵੱਧ ਤੋਂ ਵੱਧ ਉਹਨੂੰ 6 ਮਹੀਨੇ ਯਾਦ ਕੀਤਾ ਜਾਂਦਾ ਹੈ। ਪਰ ਮਾਫ ਕਰਨਾ, ਜਿਹੜਾ ਰੱਬ ਦੀ ਭਗਤੀ ਕਰਦਾ ਹੈ, ਪਰਮਾਤਮਾ ਦੀ ਭਗਤੀ ਕਰਦਾ ਹੈ, ਇਸ ਸੰਸਾਰ ਦੇ ਵਿੱਚ ਰਹਿ ਕੇ ਚੰਗੇ ਕੰਮ ਕਰਦਾ ਹੈ, ਪਰ ਉਪਕਾਰ ਕਰਦਾ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਹੈ, ਰਹਿੰਦੀ ਦੁਨੀਆ ਤੱਕ। ਸਾਧ ਸੰਗਤ, ਅੱਜ ਆਪਾਂ ਸਾਰੇ ਸੰਤ ਬਾਬਾ ਗੁਰਮੀਤ ਸਿੰਘ ਜੀ ਦੀ ਸਾਲਾਨਾ ਯਾਦ ਮਨਾ ਰਹੇ ਹਾਂ, ਤੇ ਉਹਨਾਂ ਦੀ ਯਾਦ ਦੇ ਵਿੱਚ ਇਹ 5ਵਾਂ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। 5ਵਾਂ ਗੁਰਮਤਿ ਸਮਾਗਮ ਲਗਭਗ ਬਾਬਾ ਜੀ ਹੋਣਾ ਨੂੰ ਸੱਚਖੰਡ ਗਿਆ ਹੋਇਆ 5 ਸਾਲ ਹੋ ਗਏ ਨੇ। ਸਾਧ ਸੰਗਤ, ਮੈਂ ਬੇਨਤੀ ਕਰਾਂ, ਜੇ ਅੱਜ 5 ਸਾਲਾਂ ਬਾਅਦ ਵੀ ਅਸੀਂ ਬਾਬਾ ਨੂੰ ਯਾਦ ਕਰ ਰਹੇ ਹਾਂ, ਇਹਦਾ ਮਤਲਬ ਇਹ ਹੈ ਉਹਨਾਂ ਨੇ ਰੱਬ ਦੀ ਭਗਤੀ ਕੀਤੀ, ਪਰਮਾਤਮਾ ਦੀ ਭਗਤੀ ਕੀਤੀ, ਇਸ ਸੰਸਾਰ ਦੇ ਵਿੱਚ ਰਹਿ ਕੇ ਚੰਗੇ ਕੰਮ ਕੀਤੇ, ਪਰ ਉਪਕਾਰ ਕੀਤੇ। ਤੇ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਪੜੋ। ਮਹਾਰਾਜ ਕਹਿੰਦੇ ਨੇ, ਜਿਹੜਾ ਇਸ ਸੰਸਾਰ ਦੇ ਵਿੱਚ ਰਹਿ ਕੇ ਪਰ ਉਪਕਾਰ ਕਰਦਾ ਏ, ਰੱਬ ਦੀ ਭਗਤੀ ਕਰਦਾ ਏ, ਪਰਮਾਤਮਾ ਦੀ ਭਗਤੀ ਕਰਦਾ ਏ, ਰਹਿੰਦੀ ਦੁਨੀਆ ਤੱਕ ਲੋਕ ਉਹਨੂੰ ਯਾਦ ਕਰਦੇ ਨੇ, ਰਹਿੰਦੀ ਦੁਨੀਆ ਤੱਕ ਉਹਦੀ ਵਡਿਆਈ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ 1-2 ਬਚਨ ਮੈਂ ਆਪ ਜੀ ਦੇ ਨਾਲ ਸਾਂਝੇ ਕਰਾਂਗਾ, ਜਿਹਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਇਹ ਗੱਲ ਕਹਿੰਦੇ ਨੇ, ਜਿਹੜਾ ਰੱਬ ਦੀ ਭਗਤੀ ਕਰਦਾ ਏ, ਪਰਮਾਤਮਾ ਦੀ ਭਗਤੀ ਕਰਦਾ ਏ, ਰਹਿੰਦੀ ਦੁਨੀਆ ਤੱਕ ਉਹਦੀ ਵਡਿਆਈ ਹੁੰਦੀ ਏ, ਉਹਦੀ ਉਸਤਤ ਹੁੰਦੀ ਏ, ਉਹਦੀ ਮਹਿਮਾ ਹੁੰਦੀ ਏ। ਆਪਾਂ ਪਾਵਨ ਬਾਣੀ ਪੜ੍ਹਦੇ ਆਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮੋਇਆ ਗੰਢ ਨੇਕੀ ਸਤ ਹੋਏ। ਮਹਾਰਾਜ ਕਹਿੰਦੇ, ਰਹਿੰਦੀ ਦੁਨੀਆ ਤੱਕ ਉਸ ਮਨੁੱਖ ਦੀ ਸੰਸਾਰ ਦੇ ਨਾਲ ਗੰਢ ਪੈ ਜਾਂਦੀ ਏ, ਭਾਵ ਰਹਿੰਦੀ ਦੁਨੀਆ ਤੱਕ ਲੋਕ ਉਹਨੂੰ ਯਾਦ ਕਰਦੇ ਨੇ, ਉਹਨੂੰ ਚੇਤੇ ਕਰਦੇ ਨੇ, ਜਿਹੜਾ ਰੱਬ ਦੀ ਭਗਤੀ ਕਰਦਾ ਹੈ, ਜਿਹੜਾ ਪ੍ਰਮਾਤਮਾ ਦੀ ਭਗਤੀ ਕਰਦਾ ਹੈ। ਵੇਖੋ ਜੀ, ਜਿਹੜਾ ਰੱਬ ਨੂੰ ਚੇਤੇ ਕਰਦਾ ਹੈ, ਪਰਮਾਤਮਾ ਨੂੰ ਚੇਤੇ ਕਰਦਾ ਏ, ਲੋਕ ਜਿਉਂਦੇ ਜੀ ਵੀ ਉਹਦੀ ਵਡਿਆਈ ਕਰਦੇ ਨੇ, ਉਹਨੂੰ ਚੰਗਾ ਕਹਿੰਦੇ ਨੇ, ਤੇ ਜਦੋਂ ਉਹ ਇਸ ਸੰਸਾਰ ਤੋਂ ਜਾਂਦਾ ਏ, ਜਾਣ ਤੋਂ ਬਾਅਦ ਵੀ ਉਹਦੀ ਵਡਿਆਈ ਹੁੰਦੀ ਏ, ਲੋਕ ਉਹਦੇ ਗੁਣ ਗਾਉਂਦੇ ਨੇ। ਪੜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਜਦੋਂ ਆਪਾਂ ਮਹਾਰਾਜ ਦੀ ਬਾਣੀ ਪੜ੍ਹਦੇ ਆਂ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਜਿਨ ਹਰ ਮਨ ਵਸਿਆ, ਜਿਹਦੇ ਮਨ ਵਿੱਚ ਰੱਬ ਵਸ ਗਿਆ, ਜਿਹਦੇ ਮਨ ਵਿੱਚ ਪਰਮਾਤਮਾ ਵਸ ਗਿਆ। ਭਾਗਾਂ ਵਾਲਿਓ, ਅੱਜ ਸੰਤ ਬਾਬਾ ਗੁਰਮੀਤ ਸਿੰਘ ਹੋਣਾ ਦੀ ਯਾਦ ਮਨਾ ਰਹੇ ਆ। ਕਿਉਂ ਉਹਨਾਂ ਦੀ ਯਾਦ ਮਨਾ ਰਹੇ ਆ? ਕਿਉਂਕਿ ਉਹਨਾਂ ਨੇ ਰੱਬ ਦੀ ਭਗਤੀ ਕੀਤੀ, ਪਰਮਾਤਮਾ ਦੀ ਭਗਤੀ ਕੀਤੀ। ਉਹਨਾਂ ਦੇ ਹਿਰਦੇ ਦੇ ਵਿੱਚ ਰੱਬ ਵਸਿਆ ਹੋਇਆ ਸੀ, ਪਰਮਾਤਮਾ ਵਸਿਆ ਹੋਇਆ ਸੀ। ਤੇ ਮਹਾਰਾਜ ਦੀ ਬਾਣੀ ਕਹਿੰਦੀ ਹੈ,
ਜਿਨ ਹਰ ਮਨ ਵਸਿਆ, ਸੇ ਦਰ ਸਾਚੇ ਸਚਿਆਰਾ। ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਏ ਨਾ ਮੇਟਣ ਹਾਰਾ। ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਦੇ ਮਨ ਵਿੱਚ ਰੱਬ ਵਸ ਗਿਆ, ਹਿਰਦੇ ਵਿੱਚ ਰੱਬ ਵਸ ਗਿਆ, ਮਹਾਰਾਜ ਕਹਿੰਦੇ ਨੇ ਉਹ ਸੱਚੇ ਨੇ ਤੇ ਰਹਿੰਦੀ ਦੁਨੀਆ ਤੱਕ ਉਹਨਾਂ ਦੀ ਵਡਿਆਈ ਕੀਤੀ ਜਾਂਦੀ ਏ, ਰਹਿੰਦੀ ਦੁਨੀਆ ਤੱਕ ਉਹਨਾਂ ਦੇ ਗੁਣ ਗਾਏ ਜਾਂਦੇ ਨੇ। ਜਿਨ ਹਰ ਮਨ ਵਸਿਆ, ਸੇ ਦਰ ਸਾਚੇ ਸਚਿਆਰਾ। ਤੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਜੁਗਾ ਜੁਗੰਤਰਾਂ ਤੱਕ ਉਹਨਾਂ ਦੀ ਵਡਿਆਈ ਹੁੰਦੀ ਏ, ਉਹਨਾਂ ਦੀ ਸ਼ੋਭਾ ਹੁੰਦੀ ਏ, ਕੋਏ ਨਾ ਮੇਟਣ ਹਾਰਾ। ਤੇ ਕੋਈ ਵੀ ਉਹਨਾਂ ਦੀ ਸ਼ੋਭਾ ਨੂੰ, ਉਹਨਾਂ ਦੀ ਵਡਿਆਈ ਨੂੰ ਮੇਟ ਨਹੀਂ ਸਕਦਾ। ਪੜੋ ਪਾਵਨ ਬਾਣੀ। ਮਹਾਰਾਜ ਕਹਿੰਦੇ ਹਉ ਬਲਿਹਾਰੀ ਤਿੰਨ ਕੋ। ਪਾਤਸ਼ਾਹ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਣਾ ਆ, ਮੈਂ ਉਹਨਾਂ ਤੋਂ ਕੁਰਬਾਨ ਜਾਣਾ ਆ, ਮੈਂ ਉਹਨਾਂ ਤੋਂ ਵਾਰਨੇ ਜਾਣਾ ਆ। ਕਿੰਨਾ ਤੋਂ? ਹਉ ਬਲਿਹਾਰੀ ਤਿੰਨ ਕੋ, ਜਿਨ ਧਿਆਇਆ ਹਰ ਨਿਰੰਕਾਰ। ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਆ, ਮੈਂ ਉਹਨਾਂ ਤੋਂ ਕੁਰਬਾਨ ਜਾਣਾ ਆ, ਮੈਂ ਉਹਨਾਂ ਤੋਂ ਵਾਰਨੇ ਜਾਣਾ ਆ। ਕਿੰਨਾ ਤੋਂ? ਜਿਨ੍ਹਾਂ ਨੇ ਰੱਬ ਦੀ ਭਗਤੀ ਕੀਤੀ, ਪਰਮਾਤਮਾ ਦੀ ਭਗਤੀ ਕੀਤੀ। ਜਿਨ ਧਿਆਇਆ ਹਰ ਨਿਰੰਕਾਰ। ਤੇ ਅਗਲਾ ਬਚਨ ਕਿਹਾ ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਉਹਨਾਂ ਦੇ ਮੁਖ ਜਿਉਂਦੇ ਜੀ ਵੀ ਉਜਲੇ ਨੇ ਤੇ ਇਸ ਸੰਸਾਰ ਤੋਂ ਜਦੋਂ ਚਲੇ ਜਾਂਦੇ ਨੇ, ਜਾਣ ਤੋਂ ਬਾਅਦ ਵੀ ਉਹਨਾਂ ਦੇ ਮੁਖ ਉਜਲੇ ਨੇ। ਤੇ ਮਹਾਰਾਜ ਕਹਿੰਦੇ ਸਾਰਾ ਸੰਸਾਰ ਉਹਨਾਂ ਨੂੰ ਨਮਸਕਾਰ ਕਰਦਾ ਹੈ। ਪੜੋ ਪਾਵਨ ਬਾਣੀ। ਜਦੋਂ ਆਪਾਂ ਪਾਵਨ ਬਾਣੀ ਪੜ੍ਹਦੇ ਆ, 12 ਮਾਹ ਦੇ ਵਿੱਚ ਬਚਨ ਆਉਂਦੇ ਨੇ। ਮਹਾਰਾਜ ਕਹਿੰਦੇ ਨੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਭਾਗਾਂ ਵਾਲਿਓ, ਜਿਹੜਾ ਬੰਦਾ ਝੂਠ ਦੇ ਰਾਹ ਤੇ ਚੱਲਦਾ ਹੈ ਨਾ, ਝੂਠ ਦੇ ਰਾਹ ਤੇ, ਸੱਚ ਜਾਣਿਓ ਉਹਨੂੰ ਹਮੇਸ਼ਾ ਲਾਹਨਤਾਂ ਪੈਂਦੀਆਂ ਨੇ। ਜਿਉਂਦੇ ਜੀ ਵੀ ਲਾਹਨਤਾਂ ਪੈਂਦੀਆਂ ਨੇ ਤੇ ਮਰਨ ਤੋਂ ਬਾਅਦ ਵੀ ਲਾਹਨਤਾਂ ਪੈਂਦੀਆਂ ਨੇ। ਭਾਗਾਂ ਵਾਲਿਓ, ਜਿਹੜਾ ਬੰਦਾ ਕਦੀ ਗੁਰੂ ਘਰ ਨਹੀਂ ਆਇਆ, ਬਾਣੀ ਨਹੀਂ ਪੜਦਾ, ਨਸ਼ੇ ਕਰਦਾ ਏ, ਮਾੜੇ ਕੰਮ ਕਰਦਾ ਏ, ਸੱਚ ਜਾਣਿਓ ਜਿਉਂਦੇ ਜੀ ਵੀ ਐਸੇ ਬੰਦੇ ਨੂੰ ਲਾਹਨਤਾਂ ਪੈਂਦੀਆਂ ਨੇ। ਤੇ ਜਦੋਂ ਇਹੋ ਜਿਹਾ ਬੰਦਾ ਮਰਦਾ ਏ, ਮਰਨ ਤੋਂ ਬਾਅਦ ਵੀ ਅਸੀਂ ਕਹਿੰਨੇ ਆ ਚੰਗਾ ਹੋਇਆ ਇਸ ਸੰਸਾਰ ਤੋਂ ਚਲਿਆ ਗਿਆ। ਪਰ ਸੱਚ ਜਾਣਿਓ ਦੂਜੇ ਪਾਸੇ ਜਿਹੜਾ ਰੱਬ ਦੀ ਭਗਤੀ ਕਰਦਾ ਏ, ਪਰਮਾਤਮਾ ਦੀ ਭਗਤੀ ਕਰਦਾ ਏ, ਮਹਾਰਾਜ ਕਹਿੰਦੇ ਨੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਿਹੜਾ ਸੱਚ ਦੇ ਰਾਹ ਤੇ ਚੱਲਦਾ ਏ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਰਹਿੰਦੀ ਦੁਨੀਆ ਤੱਕ ਉਹਦੀ ਵਡਿਆਈ ਹੁੰਦੀ ਏ, ਰਹਿੰਦੀ ਦੁਨੀਆ ਤੱਕ ਉਹਦੀ ਉਸਤਤ ਹੁੰਦੀ ਹੈ। ਸਾਧ ਸੰਗਤ, ਇਹਨਾਂ ਮਹਾਂਪੁਰਖਾਂ ਦੇ ਬਾਬਤ ਮਹਾਰਾਜ ਨੇ ਬਾਣੀ ਚ ਕਿਹਾ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਣ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਭਾਗਾਂ ਵਾਲਿਓ, ਜਿਹੜੀ ਹੁਣ ਬੇਨਤੀ ਕਰਨ ਲੱਗਾ ਇਹਨੂੰ ਥੋੜਾ ਜਿਹਾ ਧਿਆਨ ਦੇ ਕੇ ਸਰਵਣ ਕਰਿਓ। ਗੁਰੂ ਗ੍ਰੰਥ ਸਾਹਿਬ ਦੀ ਜੇ ਆਪਾਂ ਬਾਣੀ ਦੀ ਗੱਲ ਕਰੀਏ ਨਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਭਗਤ ਸ਼ਬਦ ਵੀ ਆਇਆ ਹੈ, ਸਿੱਖ ਸ਼ਬਦ ਵੀ ਆਇਆ ਹੈ, ਜਨ ਸ਼ਬਦ ਵੀ ਆਇਆ ਹੈ, ਸੇਵਕ ਸ਼ਬਦ ਵੀ ਆਇਆ ਹੈ, ਗੁਰਮੁਖ ਸ਼ਬਦ ਵੀ ਆਇਆ ਹੈ, ਇਸੇ ਤਰ੍ਹਾਂ ਸੰਤ ਤੇ ਬ੍ਰਹਮ ਗਿਆਨੀ ਸ਼ਬਦ ਵੀ ਆਇਆ ਹੈ। ਫਿਰ ਬੇਨਤੀ ਸਰਵਣ ਕਰਿਓ, ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਆਂ ਤੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਸਿੱਖ ਸ਼ਬਦ ਵੀ ਆਇਆ ਹੈ, ਭਗਤ ਸ਼ਬਦ ਵੀ ਆਇਆ ਹੈ, ਗੁਰਮੁਖ ਸ਼ਬਦ ਵੀ ਆਇਆ ਹੈ, ਜਨ ਸ਼ਬਦ ਵੀ ਆਇਆ ਹੈ, ਸੇਵਕ ਸ਼ਬਦ ਵੀ ਆਇਆ ਹੈ, ਸੰਤ ਸ਼ਬਦ ਵੀ ਆਇਆ ਹੈ ਤੇ ਬ੍ਰਹਮ ਗਿਆਨੀ ਸ਼ਬਦ ਵੀ ਆਇਆ ਹੈ। ਹੁਣ ਧਿਆਨ ਦੇਣਾ ਜੀ, ਇਹ ਸ਼ਬਦ ਵੱਖਰੇ ਵੱਖਰੇ ਨੇ, ਇਹ ਸ਼ਬਦ ਵੱਖਰੇ ਵੱਖਰੇ ਨੇ, ਇਹ ਨਾਂ ਵੱਖਰੇ ਵੱਖਰੇ ਨੇ, ਪਰ ਮੈਂ ਬੇਨਤੀ ਕਰਾਂ ਇਹਨਾਂ ਸਾਰੇ ਸ਼ਬਦਾਂ ਦੇ ਅਰਥ ਇੱਕੋ ਹੀ ਨੇ। ਇਹਨਾਂ ਸਾਰੇ ਸ਼ਬਦਾਂ ਦੇ ਅਰਥ ਇੱਕੋ ਹੀ ਨੇ। ਉਦਾਹਰਨ ਦੇ ਤੌਰ ਤੇ ਬੇਨਤੀ ਕਰਨ ਲੱਗਾ, ਆਪਾਂ ਜਿਹੜੇ ਦੇਸ਼ ਵਿੱਚ ਰਹਿੰਦੇ ਆ ਨਾ, ਜਿਹੜੇ ਦੇਸ਼ ਵਿੱਚ ਰਹਿੰਦੇ ਆ, ਇਹਨੂੰ ਭਾਰਤ ਵੀ ਕਿਹਾ ਜਾਂਦਾ।
ਇਹਨੂੰ ਇੰਡੀਆ ਵੀ ਕਿਹਾ ਜਾਂਦਾ, ਇਹਨੂੰ ਹਿੰਦੁਸਤਾਨ ਵੀ ਕਿਹਾ ਜਾਂਦਾ। ਨਾਂ ਵੱਖਰੇ ਵੱਖਰੇ ਨੇ ਪਰ ਦੇਸ਼ ਇੱਕ ਹੀ ਹੈ, ਦੇਸ਼ ਇੱਕ ਹੀ ਹੈ। ਹੁਣ ਜੇ ਆਪਾਂ ਰੋਟੀ ਦੀ ਗੱਲ ਕਰੀਏ, ਰੋਟੀ ਨੂੰ ਫੁਲਕਾ ਵੀ ਕਹਿੰਦੇ ਨੇ, ਪ੍ਰਸ਼ਾਦਾ ਵੀ ਕਹਿੰਦੇ ਨੇ, ਚਪਾਤੀ ਵੀ ਕਹਿੰਦੇ ਨੇ ਤੇ ਰੋਟੀ ਵੀ ਕਹਿੰਦੇ ਨੇ। ਵਸਤੂ ਇੱਕ ਹੀ ਹੈ, ਵਸਤੂ ਇੱਕ ਹੀ ਹੈ, ਨਾਂ ਵੱਖਰੇ ਵੱਖਰੇ ਨੇ ਪਰ ਵਸਤੂ ਇੱਕ ਹੀ ਹੈ। ਅਰਥ ਉਹਨਾਂ ਸਾਰਿਆਂ ਦੇ ਇੱਕੋ ਹੀ ਨੇ, ਅਰਥ ਉਹਨਾਂ ਸਾਰਿਆਂ ਦੇ ਇੱਕੋ ਹੀ ਨੇ। ਇਸੇ ਤਰ੍ਹਾਂ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਆਂ, ਸਤਿਗੁਰੂ ਪਾਤਸ਼ਾਹ ਨੇ ਸਿੱਖ ਸ਼ਬਦ ਦੀ ਵਰਤੋਂ ਵੀ ਕੀਤੀ ਹੈ, ਗੁਰਮੁਖ ਸ਼ਬਦ ਦੀ ਵਰਤੋਂ ਵੀ ਕੀਤੀ ਹੈ, ਜਨ ਸ਼ਬਦ ਦੀ ਵਰਤੋਂ ਵੀ ਕੀਤੀ ਹੈ, ਭਗਤ ਸ਼ਬਦ ਦੀ ਵਰਤੋਂ ਵੀ ਕੀਤੀ ਹੈ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਸੰਤ ਤੇ ਬ੍ਰਹਮ ਗਿਆਨੀ ਸ਼ਬਦ ਦੀ ਵਰਤੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਕੀਤੀ ਹੈ। ਹੁਣ ਧਿਆਨ ਦੇਣਾ ਜੀ, ਜਿਹੜੀ ਡੈਫੀਨੇਸ਼ਨ ਭਗਤ ਦੀ ਹੈ ਉਹ ਡੈਫੀਨੇਸ਼ਨ ਸਿੱਖ ਦੀ ਹੈ, ਉਹ ਡੈਫੀਨੇਸ਼ਨ ਸੰਤ ਦੀ ਹੈ, ਉਹ ਪਰਿਭਾਸ਼ਾ ਬ੍ਰਹਮ ਗਿਆਨੀ ਦੀ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਪੁੱਛੋ ਮਹਾਰਾਜ ਨੂੰ, ਮਹਾਰਾਜ ਸਾਨੂੰ ਦੱਸੋ ਅਸਲ ਦੇ ਵਿੱਚ ਸੱਚਾ ਸੁੱਚਾ ਭਗਤ ਕੌਣ ਹੈ? ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ। ਮਹਾਰਾਜ ਕਹਿੰਦੇ ਨੇ ਭਗਤ ਉਹ ਹੈ ਜਿਹੜਾ ਰੱਬ ਨੂੰ ਭਾਉਂਦਾ ਹੈ, ਭਗਤ ਉਹ ਹੈ ਜਿਹੜਾ ਪ੍ਰਮਾਤਮਾ ਨੂੰ ਚੰਗਾ ਲੱਗਦਾ ਏ। ਤੇ ਮੈਂ ਬੇਨਤੀ ਕਰਾਂ, ਰੱਬ ਨੂੰ ਉਹੋ ਹੀ ਚੰਗਾ ਲੱਗਦਾ ਏ, ਪ੍ਰਮਾਤਮਾ ਨੂੰ ਉਹੋ ਹੀ ਚੰਗਾ ਲੱਗਦਾ ਏ ਜਿਹੜਾ ਪ੍ਰਮਾਤਮਾ ਦੀ ਭਗਤੀ ਕਰਦਾ ਹੈ। ਜਿਹੜਾ ਰੱਬ ਦੀ ਭਗਤੀ ਕਰਦਾ ਏ ਰੱਬ ਨੂੰ ਉਹੋ ਹੀ ਚੰਗਾ ਲੱਗਦਾ ਏ, ਪਰਮਾਤਮਾ ਨੂੰ ਉਹੋ ਹੀ ਚੰਗਾ ਲੱਗਦਾ ਏ। ਇਸੇ ਤਰ੍ਹਾਂ ਜੇ ਆਪਾਂ ਸਿੱਖ ਸ਼ਬਦ ਦੀ ਗੱਲ ਕਰੀਏ ਤੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸਿੱਖ ਦੀ ਪਰਿਭਾਸ਼ਾ ਵੀ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਮਹਾਰਾਜ ਨੇ ਸਿੱਖ ਦੀ ਡੈਫੀਨੇਸ਼ਨ ਵੀ ਦਿੱਤੀ ਹੈ। ਪੁੱਛੀਏ ਸਤਿਗੁਰੂ ਪਾਤਸ਼ਾਹ ਜੀ ਨੂੰ ਕਿ ਮਹਾਰਾਜ ਸਾਨੂੰ ਦੱਸੋ ਅਸਲ ਦੇ ਵਿੱਚ ਗੁਰੂ ਦਾ ਸੱਚਾ ਤੇ ਸੁੱਚਾ ਸਿੱਖ ਕੌਣ ਹੈ? ਤੇ ਮਹਾਰਾਜ ਕਹਿੰਦੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਮਹਾਰਾਜ ਕਹਿੰਦੇ ਅਸਲ ਦੇ ਵਿੱਚ ਸਿੱਖ ਉਹ ਹੈ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਏ, ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਰੱਬ ਦੀ ਭਗਤੀ ਕਰਦਾ ਏ, ਪਰਮਾਤਮਾ ਦੀ ਭਗਤੀ ਕਰਦਾ ਏ। ਮੈਂ ਬੇਨਤੀ ਕਰਾਂ ਸਾਧ ਸੰਗਤ, ਜੇ ਅਸੀਂ ਅੰਮ੍ਰਿਤ ਵੇਲੇ ਉੱਠਦੇ ਆਂ, ਅੰਮ੍ਰਿਤ ਵੇਲੇ ਉੱਠ ਕੇ ਰੱਬ ਦੀ ਭਗਤੀ ਕਰਦੇ ਆਂ, ਪਰਮਾਤਮਾ ਦੀ ਭਗਤੀ ਕਰਦੇ ਆਂ, ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਖਵਾਉਣ ਦੇ ਹੱਕਦਾਰ ਹਾਂ। ਤੇ ਮਾਫ ਕਰਨਾ, ਜੇ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਉਸ ਰੱਬ ਦੀ, ਉਸ ਪਰਮਾਤਮਾ ਦੀ ਭਗਤੀ ਨਹੀਂ ਕਰਦੇ ਤੇ ਭਾਗਾਂ ਵਾਲਿਓ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਖਵਾਉਣ ਦੇ ਹੱਕਦਾਰ ਨਹੀਂ। ਸਿੱਖ ਉਹ ਹੀ ਹੈ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਏ, ਰੱਬ ਦੀ ਭਗਤੀ ਕਰਦਾ ਏ, ਸ਼ਾਮਾਂ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਦਾ ਏ ਤੇ ਸੌਣ ਲੱਗਿਆ ਸੋਲਾ ਸਾਹਿਬ ਦਾ ਪਾਠ ਕਰਦਾ ਏ। ਮੈਂ ਬੇਨਤੀ ਕਰਾਂ ਸਾਧ ਸੰਗਤ, ਮੈਨੂੰ ਨਾ ਭਾਈ ਨੰਦ ਲਾਲ ਜੀ ਦਾ ਇੱਕ ਤਨਖਾਹਨਾਮਾ ਯਾਦ ਆ ਗਿਆ, ਉਹ ਮੈਂ ਆਪ ਜੀ ਦੇ ਨਾਲ ਜ਼ਰੂਰ ਸਾਂਝਾ ਕਰਾਂਗਾ। ਭਾਈ ਨੰਦ ਲਾਲ ਜੀ ਦਾ ਆਪਾਂ ਤਨਖਾਹਨਾਮਾ ਪੜ੍ਹਦੇ ਆਂ। ਭਾਈ ਨੰਦ ਲਾਲ ਜੀ ਕਹਿੰਦੇ ਨੇ ਠੰਡੇ ਪਾਣੀ ਜੋ ਨਹੀਂ ਨਹਾਵੇ ਬਿਨਾ ਜਪ ਪੜੇ ਜੋ ਖਾਵੇ ਸੰਧਿਆ ਸਮੇਂ ਰਹਿਰਾਸ ਜੋ ਖੋਵੇ ਕੀਰਤਨ ਪੜੇ ਬਿਨ ਰੈਣ ਜੋ ਸੋਵੇ ਚੁਗਲੀ ਕਰ ਜੋ ਕਰਜ ਬਿਗਾਰੈ ਤ੍ਰਿਗ ਤਿਸ ਜਨਮ ਜੋ ਧਰਮ ਵਿਸਾਰੈ। ਹੁਣ ਧਿਆਨ ਦੇਣਾ ਜੀ, ਜਿਹੜਾ ਅੰਮ੍ਰਿਤ ਵੇਲੇ ਨਹੀਂ ਉੱਠਦਾ, ਜਿਹੜਾ ਅੰਮ੍ਰਿਤ ਵੇਲੇ ਨਹੀਂ ਉੱਠਦਾ, ਅੰਮ੍ਰਿਤ ਵੇਲੇ ਉੱਠ ਕੇ ਰੱਬ ਦੀ ਭਗਤੀ ਨਹੀਂ ਕਰਦਾ, ਪ੍ਰਮਾਤਮਾ ਦੀ ਭਗਤੀ ਨਹੀਂ ਕਰਦਾ, ਜਿਹੜਾ ਸ਼ਾਮਾਂ ਨੂੰ ਰਹਿ ਰਾਸ ਦਾ ਪਾਠ ਨਹੀਂ ਕਰਦਾ, ਸੌਣ ਲੱਗਿਆ ਸੋਹਿਲਾ ਸਾਹਿਬ ਦਾ ਪਾਠ ਨਹੀਂ ਕਰਦਾ, ਭਾਈ ਨੰਦ ਲਾਲ ਜੀ ਨੇ ਉਹਦੇ ਵਾਸਤੇ ਤ੍ਰਿਗ ਸ਼ਬਦ ਵਰਤਿਆ। ਕਿਹੜਾ ਸ਼ਬਦ ਵਰਤਿਆ ਜੀ? ਤ੍ਰਿਗ ਸ਼ਬਦ ਵਰਤਿਆ। ਤ੍ਰਿਗ ਭਾਗਾਂ ਵਾਲਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਬਹੁਤ ਵਾਰੀ ਤ੍ਰਿਗ ਸ਼ਬਦ ਦੀ ਵਰਤੋਂ ਕੀਤੀ ਹੈ। ਬਹੁਤ ਵਾਰੀ ਮਹਾਰਾਜ ਨੇ ਬਾਣੀ ਦੇ ਵਿੱਚ ਤ੍ਰਿਗ ਸ਼ਬਦ ਦੀ ਵਰਤੋਂ ਕੀਤੀ ਹੈ। ਆਪਾਂ ਪਾਵਨ ਬਾਣੀ ਪੜ੍ਹਦੇ ਆਂ, ਮਹਾਰਾਜ ਦੀ ਬਾਣੀ ਦੇ ਵਿੱਚ ਬਚਨ ਆਉਂਦੇ ਨੇ, ਪਾਤਸ਼ਾਹ ਕਹਿੰਦੇ ਤ੍ਰਿਗ ਤ੍ਰਿਗ ਖਾਇਆ
ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕਟੰਬ ਸਹਿਤ ਸਿਉ, ਜਿਤ ਹੁਣ ਖਸਮ ਨਾ ਪਾਇਆ। ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ। ਬਹੁਤ ਵਾਰੀ ਬਾਣੀ ਚ ਗੁਰੂ ਸਾਹਿਬਾਨ ਨੇ ਤ੍ਰਿਗ ਸ਼ਬਦ ਦੀ ਵਰਤੋਂ ਕੀਤੀ ਹੈ। ਤੇ ਮਾਫ ਕਰਨਾ ਭਾਗਾਂ ਵਾਲਿਓ, ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਰੱਬ ਦੀ ਭਗਤੀ ਨਹੀਂ ਕਰਦਾ, ਸ਼ਾਮਾਂ ਨੂੰ ਰਹਿ ਰਾਸ ਦਾ ਪਾਠ ਨਹੀਂ ਕਰਦਾ, ਸੌਣ ਲੱਗਿਆ ਸੋਲਾ ਸਾਹਿਬ ਦਾ ਪਾਠ ਨਹੀਂ ਕਰਦਾ, ਭਾਈ ਨੰਦ ਲਾਲ ਜੀ ਕਹਿੰਦੇ ਉਹਦਾ ਜੀਵਨ ਤ੍ਰਿਗ ਹੈ। ਭਾਗਾਂ ਵਾਲਿਓ, ਕਿਸੇ ਬੰਦੇ ਨੂੰ 100 ਵਾਰੀ ਫਿੱਟੇ ਮੂੰਹ ਕਹਿਣਾ ਹੋਵੇ ਤੇ ਮਹਾਰਾਜ ਨੇ ਬਾਣੀ 'ਚ ਇੱਕੋ ਹੀ ਸ਼ਬਦ ਵਰਤਿਆ, ਤ੍ਰਿਗ। ਤੇ ਭਾਈ ਨੰਦ ਲਾਲ ਜੀ ਕਹਿੰਦੇ ਉਹਦਾ ਜੀਵਨ ਤ੍ਰਿਗ ਹੈ, ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਉਸ ਰੱਬ ਦੀ, ਉਸ ਪਰਮਾਤਮਾ ਦੀ ਭਗਤੀ ਨਹੀਂ ਕਰਦਾ। ਤੇ ਮਾਫ ਕਰਨਾ ਜੀ, ਉਹੋ ਹੀ ਸਿੱਖ ਹੈ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਦਾ, ਸ਼ਾਮ ਨੂੰ ਰਹਿ ਰਾਸ ਦਾ ਪਾਠ ਕਰਦਾ ਤੇ ਸੌਣ ਲੱਗਿਆ ਸੋਹਿਲਾ ਸਾਹਿਬ ਦਾ ਪਾਠ ਕਰਦਾ। ਹੁਣ ਸਾਧ ਸੰਗਤ, ਜੇ ਆਪਾਂ ਬ੍ਰਹਮ ਗਿਆਨੀ ਦੀ ਗੱਲ ਕਰੀਏ ਤੇ ਮਹਾਰਾਜ ਨੇ ਬਾਣੀ 'ਚ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਵੀ ਦਿੱਤੀ ਹੈ। ਪਾਤਸ਼ਾਹ ਕਹਿੰਦੇ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਇਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਜਿੱਥੇ ਪਾਤਸ਼ਾਹ ਨੇ ਭਗਤ ਦੀ ਪਰਿਭਾਸ਼ਾ ਦਿੱਤੀ, ਸਿੱਖ ਦੀ ਪਰਿਭਾਸ਼ਾ ਦਿੱਤੀ, ਗੁਰਮੁਖ ਦੀ ਪਰਿਭਾਸ਼ਾ ਦਿੱਤੀ, ਬ੍ਰਹਮ ਗਿਆਨੀ ਦੀ ਪਰਿਭਾਸ਼ਾ ਦਿੱਤੀ, ਉੱਥੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸੰਤ ਦੀ ਪਰਿਭਾਸ਼ਾ ਵੀ ਦਿੱਤੀ ਹੈ। ਸੰਤ ਦੀ ਪੁੱਛੋ ਮਹਾਰਾਜ ਨੂੰ ਕਿ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਦੱਸੋ, ਅਸਲ ਦੇ ਵਿੱਚ ਸੱਚਾ ਤੇ ਸੁੱਚਾ ਸੰਤ ਕੌਣ ਹੈ? ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਨੇ, ਸਾਡੇ ਤੇ ਬਖਸ਼ਿਸ਼ ਕਰਦੇ ਨੇ। ਆਪਾਂ ਪਾਵਨ ਬਾਣੀ ਪੜ੍ਹਦੇ ਆਂ, ਮਹਾਰਾਜ ਕਹਿੰਦੇ ਨੇ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੋ ਸੇਈ ਨਾਨਕਾ, ਪੂਰਨ ਸੋਈ ਸੰਤ। ਗੁਰੂ ਸਾਹਿਬ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਸਾਸ ਗਿਰਾਸ, ਉਹ ਰੱਬ ਨਹੀਂ ਵਿਸਰਦਾ, ਉਹ ਪਰਮਾਤਮਾ ਨਹੀਂ ਵਿਸਰਦਾ, ਭਾਵ ਜਿਹੜੇ ਹਰ ਵੇਲੇ ਰੱਬ ਦੀ ਭਗਤੀ ਕਰਦੇ ਨੇ, ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਨੇ, ਮਹਾਰਾਜ ਕਹਿੰਦੇ ਅਸਲ ਦੇ ਵਿੱਚ ਉਹ ਸੱਚੇ ਤੇ ਸੁੱਚੇ ਸੰਤ ਹਨ। ਵੈਸੇ ਸਾਧ ਸੰਗਤ, ਗੁਰੂ ਨੇ ਹਰ ਸਿੱਖ ਨੂੰ ਇਹ ਹੁਕਮ ਕੀਤਾ ਹੈ ਕਿ ਸਿੱਖ ਨੇ ਹਰ ਵੇਲੇ ਰੱਬ ਦੀ ਭਗਤੀ ਕਰਨੀ ਹੈ, ਪਰਮਾਤਮਾ ਦੀ ਭਗਤੀ ਕਰਨੀ ਹੈ। ਇਹ ਮਨੁੱਖਾ ਜਨਮ ਕਾਦੇ ਵਾਸਤੇ ਮਿਲਿਆ ਜੀ? ਇਹ ਮਨੁੱਖਾ ਜਨਮ ਰੱਬ ਦੀ ਭਗਤੀ ਕਰਨ ਵਾਸਤੇ ਮਿਲੇ, ਪਰਮਾਤਮਾ ਦੀ ਭਗਤੀ ਕਰਨ ਵਾਸਤੇ ਮਿਲੇ। ਰੋਜ਼ ਪਾਵਨ ਬਾਣੀ ਦੇ ਵਿੱਚ ਪੜ੍ਹਦੇ ਆ, ਮਹਾਰਾਜ ਕਹਿੰਦੇ ਨੇ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਪੜੋ ਪਾਵਨ ਬਾਣੀ। ਮਹਾਰਾਜ ਨੇ ਤੇ ਕਿਹਾ ਦਿਨ ਰਾਤੀ, ਦਿਨ ਰਾਤ ਭਾਵ 24 ਘੰਟੇ। ਪਾਤਸ਼ਾਹ ਕਹਿੰਦੇ ਦਿਨ ਰਾਤੀ ਅਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਪੜੋ ਪਾਵਨ ਬਾਣੀ। ਸਤਿਗੁਰੂ ਪਾਤਸ਼ਾਹ ਤੇ ਕਹਿੰਦੇ ਨੇ ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੇ ਸਦ ਕਾਮ। ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਗੁਰੂ ਗ੍ਰੰਥ ਸਾਹਿਬ ਸਾਡੇ ਮਾਤਾ ਨੇ, ਸਾਡੇ ਪਿਤਾ ਨੇ। ਤੇ ਜਦੋਂ ਬੱਚੇ ਨੂੰ ਕੁਝ ਸਮਝ ਨਾ ਆਵੇ, ਬੱਚਾ ਆਪਣੇ ਮਾਂ ਪਿਓ ਕੋਲੋਂ ਪੁੱਛਦਾ ਏ। ਭਾਗਾਂ ਵਾਲਿਓ, ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਵੀ ਨੇ, ਗੁਰੂ ਗ੍ਰੰਥ ਸਾਹਿਬ ਸਾਡੇ ਮਾਤਾ ਪਿਤਾ ਵੀ ਨੇ। ਪੁੱਛੀਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੱਸੋ ਸਾਡਾ ਕੰਮ ਕੀ ਹੈ, ਅਸੀਂ ਇਸ ਸੰਸਾਰ ਦੇ ਵਿੱਚ ਕੀ ਕਰਨ ਵਾਸਤੇ ਆਏ ਆ। ਤੇ ਮਹਾਰਾਜ ਕਹਿੰਦੇ ਨੇ ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੇ ਸਦ ਕਾਮ। ਮਹਾਰਾਜ ਕਹਿੰਦੇ ਤੇਰਾ ਆ ਕੰਮ ਆ, ਉੱਠਦਿਆਂ ਬਹਿੰਦਿਆਂ ਸੁੱਤਿਆਂ ਹਰ ਵੇਲੇ ਉਸ ਰੱਬ ਨੂੰ, ਉਸ ਪਰਮਾਤਮਾ ਨੂੰ ਆਪਣੇ ਚਿੱਤ ਦੇ ਵਿੱਚ ਵਸਾ ਕੇ ਰੱਖਣਾ ਹੈ। ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਪਾਤਸ਼ਾਹ ਕਹਿੰਦੇ ਹਰ ਵੇਲੇ ਰੱਬ ਦੀ ਭਗਤੀ ਕਰਨੀ ਹੈ, ਹਰ ਵੇਲੇ ਪਰਮਾਤਮਾ ਦੀ ਭਗਤੀ ਕਰਨੀ ਹੈ। ਧਿਆਨ ਦੇਣਾ ਸਾਧ ਸੰਗਤ। ਜੇ ਮੈਂ ਪਰਮਾਤਮਾ ਦੀ ਭਗਤੀ ਦੀ ਗੱਲ ਕਰਾਂ, ਵਾਹਿਗੁਰੂ ਦੀ ਭਗਤੀ ਦੀ ਗੱਲ ਕਰਾਂ, ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆਂ ਤੇ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਆਉਂਦਾ ਹੈ ਸੋਲਾ ਸਾਹਿਬ ਦੇ ਵਿੱਚ। ਉਹ ਬਚਨ ਅਸੀਂ ਪੜ੍ਹਦੇ ਆਂ, ਵਿਸੂਏ ਚੱਸਿਆਂ ਘੜੀਆਂ ਪਹਿਰਾਂ, ਥਿੱਤੀ ਵਾਰੀ ਮਾਂ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ
केते वेस। हुण ध्यान देना साध संगत, ये विसा की है, ये चसे की हन, ये घड़ियां की हन, पहर की हन। ध्यान देना जी, जेड़ी बेनती कर लगा, 15 वारी अख चमके, 15 वारी साडी नैचुरल अख चमके, 15 वारी अख चमके ते एक विसा बनता है, 15 विसियां दा एक चसा बनता है, 30 चसियां दा एक पल बनता है, 60 पलां दी एक घड़ी बनती है, 7.5 घड़ियां होण ते एक पैर बनता है, 8 पैर होण दिन ते रात बनता है, दिन ते रात बनता है। वेखो भागां वालिओ, अज ते साडे कोल घड़ियां ने। जिहड़ी बेनती कर लगा, इहनूं थोड़ा जिहा ध्यान ते तवज्जो दे के सरवण करियो, क्योंकि शब्द बरीक ने। जे ध्यान नाल सुनोगे फिर तुहाडी समझ दे विच आउणगे। जिहड़ी मैं बेनती कर लगा, ध्यान देना जी। अज ते साडे कोल घड़ियां ने, अज ते साडे कोल घड़ियां ने, साडे कोल टाइम पीस ने, ते सानू पता लग जांदा ए भी 1 मिनट दे विच 60 सकिंट ने, 1 मिनट दे विच 60 सकिंट ने, ते 1 घंटे दे विच 60 मिनट ने, ते 7 दिनां दा एक हफ्ता है। इसे तरह 30 दिनां दा एक महीना है, ते जां 364 ते जां 365 दिनां दा एक साल हुंदा है। भागा वालिओ, अज 31 तरीक है, अज 2022 ਇਹਦੀ 31 तरीक है, अज लास्ट दिन है, लास्ट दिन। कल नूं 2023 चढ़ जाना है, कल नूं 2023 चढ़ जाना है, ते असीं सारिਆਂ ने कहना नवां साल चढ़ गया, नवां साल चढ़ गया, पुराना साल लंघ गया ते नवां साल चढ़ गया। हुण सानू नवें साल दा पता किद्दां लगा? सानू नवें साल दा पता घड़ियां तो लगा, घड़ियां तो लगा, टाइम पीस तो लगा। आ जेड़ा समा अगे लंघ रहा है ना, ਇਹਦਾ ਮੁੱਢ ਘੜੀਆਂ ਨੇ, ਇਹਦਾ ਮੁੱਢ ਟਾਈਮ ਪੀਸ ਨੇ। ਇਹਨਾਂ ਘੜੀਆਂ ਤੋਂ, ਇਹਨਾਂ ਟਾਈਮ ਪੀਸਾਂ ਤੋਂ ਸਾਨੂੰ ਸਾਰਾ ਕੁਝ ਪਤਾ ਲੱਗਦਾ ਏ। ਪਰ ਮਾਫ ਕਰਨਾ ਸਾਧ ਸੰਗਤ, ਜਦੋਂ ਘੜੀਆਂ ਨਹੀਂ ਸਨ, ਜਦੋਂ ਘੜੀਆਂ ਨਹੀਂ ਸਨ, ਜਦੋਂ ਟਾਈਮ ਪੀਸ ਨਹੀਂ ਸਨ, ਉਦੋਂ ਲੋਕ ਦਿਨਾਂ ਦਾ ਹਿਸਾਬ ਕਿਤਾਬ ਕਿੱਦਾਂ ਰੱਖਦੇ ਸਨ? ਭਾਗਾਂ ਵਾਲਿਓ, ਉਦੋਂ ਲੋਕ सूरज दे हिसाब नाल चलदे सी, सूरज दे हिसाब नाल। उदों लोग सूरज दे हिसाब नाल चलदे सी। सूरज चढ़ना ते सूरज दे हिसाब दे नाल मनुख ने, बंदे ने अपने सारे काम कार करने। पर भागां वालिओ, जिस दिन सूरज नहीं सी चढ़दा, जां धुंध पै जांदी सी, जां बदल हो जांदे सी, उस दिन प्रॉब्लम आउंदी सी, मुश्किल आउंदी सी। पता ही नहीं सी लगदा दिन कदों चढ़िया, कदों खत्म हो गया, केड़ा काम करन वाला रह गया है ते केड़ा काम करना है। हुण साध संगत, 17वीं सन दे विच, 17वीं सदी दे विच सब तो पहला ये घड़ियां, ये टाइम पीस यरमन ते फ्रांस ने बनाए। माफ करना, यरमन ते फ्रांस ने ये घड़ियां, ये टाइम पीस 17वीं सदी दे विच बनाए। पर भागां वालिओ, मेरे बाबे नानक ने अज तो 500 साल पहला गुरु ग्रंथ साहब दी बाणी दे विच समय दी वंड कर दिती। जदों गुरु नानक साहब ने यह शब्द उचारण किया, विसवे चसियां घड़ियां पहरा, थिती वारी मां होआ, सूरज एको रुत अनेक, नानक करते के केते वेस। ते महाराज कहंदे ने, भावें विसे ने, भावें चसे ने, भावें घड़ियां ने ते भावें पहर ने, सिखा तू केवल ते केवल रब दी भगती करनी है, केवल ते केवल परमात्मा दी भगती करनी है। जिथे महाराज ने विसवे चसे ते घड़ियां दी गल कीती, उथे महाराज ने 7 वारां दी गल भी गुरु ग्रंथ साहब दी बाणी दे विच कीती। उथे महाराज ने गुरु ग्रंथ साहब दी बाणी दे विच दिन रैण बाणी भी उचारण कीती, ते उथे गुरु ग्रंथ साहब दी बाणी दे विच सतगुरु पातशाह ने 12 माह दी बाणी भी उचारण कीती। महाराज कहंदे ने, भावें दिन ते रात ने, भावें 7 वार ने, ते भावें 12 माह भाव 12 महीने ने, सिखा तेरा काम केवल ते केवल उस रब दी भगती, उस परमात्मा दी भगती। ते महाराज कहंदे ने, सच्चा ते सुच्चा संत ओहो ही है जेड़ा रब दी भगती करदा है, जेड़ा परमात्मा दी भगती करदा है। जिन्ना सास गिरास ना विसरै, हर नामा मन मंत, धन सो सेई नानका, पूर्ण सोई संत। पढ़ो गुरु ग्रंथ साहब दी बाणी, पुछो महाराज नूं, महाराज दसो
ਅਸਲ ਦੇ ਵਿੱਚ ਸੱਚਾ ਤੇ ਸੁੱਚਾ ਸੰਤ ਕੌਣ ਹੈ? ਤੇ ਜਦੋਂ ਆਪਾਂ ਪਾਵਨ ਬਾਣੀ ਪੜ੍ਹਦੇ ਆ, ਮਹਾਰਾਜ ਨੇ ਬਾਣੀ ਚ ਕਿਹਾ ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰ ਤ੍ਰਿਆ ਰੂਪ ਨਾ ਪੇਖੈ ਨੇਤਰ, ਸੰਤ ਕੀ ਟਹਿਲ ਸਾਧ ਸੰਗ ਹੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ। ਭਾਗਾਂ ਵਾਲਿਓ, ਇਹ ਸੰਤ ਦੀਆਂ ਨਿਸ਼ਾਨੀਆਂ ਨੇ, ਸੰਤ ਦੀਆਂ ਨਿਸ਼ਾਨੀਆਂ। ਪਹਿਲੀ ਨਿਸ਼ਾਨੀ ਕਿਹੜੀ ਹੈ? ਮਿਥਿਆ ਨਾਹੀ ਰਸਨਾ ਪਰਸ। ਜਿਹੜਾ ਸੰਤ ਹੈ ਨਾ, ਜਿਹੜਾ ਬ੍ਰਹਮ ਗਿਆਨੀ ਹੈ, ਪੂਰਨ ਸੰਤ ਹੈ, ਭਾਗਾਂ ਵਾਲਿਓ, ਉਹ ਕਦੀ ਵੀ ਆਪਣੀ ਰਸਨਾ ਤੋਂ ਝੂਠ ਨਹੀਂ ਬੋਲਦਾ, ਕਦੀ ਵੀ ਆਪਣੀ ਰਸਨਾ ਤੋਂ ਝੂਠ ਨਹੀਂ ਬੋਲਦਾ, ਉਹ ਹਮੇਸ਼ਾ ਸੱਚ ਬੋਲਦਾ ਹੈ। ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ। ਦੂਸਰੀ ਨਿਸ਼ਾਨੀ ਸੰਤ ਦੀ ਕਿਹੜੀ ਹੈ? ਦੂਸਰੀ ਨਿਸ਼ਾਨੀ ਸੰਤ ਦੀ, ਸੰਤ ਦਾ ਪਿਆਰ ਕੇਵਲ ਤੇ ਕੇਵਲ ਉਸ ਰੱਬ ਦੇ ਨਾਲ ਹੁੰਦਾ ਹੈ, ਉਸ ਪਰਮਾਤਮਾ ਦੇ ਨਾਲ ਹੁੰਦਾ ਹੈ। ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰ ਤ੍ਰਿਆ ਰੂਪ ਨਾ ਪੇਖੈ ਨੇਤਰ। ਭਾਗਾਂ ਵਾਲਿਓ, ਸੰਤ ਉਹ ਹੈ ਜਿਹੜਾ ਪਰਾਇਆ ਰੂਪ ਨਹੀਂ ਤੱਕਦਾ। ਜੇ ਔਰਤ ਆਪਣੇ ਤੋਂ ਛੋਟੀ ਹੈ, ਉਹਨੂੰ ਆਪਣੀ ਧੀ ਸਮਝਦਾ ਹੈ, ਜੇ ਬਰਾਬਰ ਦੀ ਹੈ, ਉਹਨੂੰ ਆਪਣੀ ਭੈਣ ਸਮਝਦਾ ਹੈ, ਤੇ ਜੇ ਉਹਦੇ ਨਾਲੋਂ ਵੱਡੀ ਹੈ, ਉਹਨੂੰ ਆਪਣੀ ਮਾਂ ਦੇ ਸਮਾਨ ਜਾਣਦਾ ਹੈ। ਜੇ ਆਪਾਂ ਪੁਰਾਤਨ ਸਮੇਂ ਦੀ ਗੱਲ ਕਰੀਏ ਨਾ, ਪੁਰਾਤਨ ਸਮੇਂ ਦੀ, ਤੇ ਭਾਗਾਂ ਵਾਲਿਓ, ਪੁਰਾਤਨ ਗੁਰਸਿੱਖਾਂ ਦਾ ਜਿਹੜਾ ਜੀਵਨ ਹੈ ਨਾ, ਉਹ ਬਹੁਤ ਜ਼ਿਆਦਾ ਮਹਾਨ ਹੈ। ਭਾਗਾਂ ਵਾਲਿਓ, ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਦੇ ਉੱਤੇ ਲਗਭਗ 10-11 ਹਮਲੇ ਕੀਤੇ, ਤੇ ਉਹਦਾ ਦਰਬਾਰੀ ਕਵੀ ਹੈ ਕਾਜੀ ਨੂਰ ਮੁਹੰਮਦ। ਅਹਿਮਦ ਸ਼ਾਹ ਅਬਦਾਲੀ ਕਾਜੀ ਨੂਰ ਮੁਹੰਮਦ ਨੂੰ ਕਹਿੰਦਾ ਹੈ ਵੀ ਤੂੰ ਸਿੱਖਾਂ ਨੂੰ ਸੱਗ ਲਿਖ, ਸਿੱਖਾਂ ਨੂੰ ਸੱਗ ਲਿਖ, ਸੱਗ ਸੱਗ ਕਰਕੇ ਲਿਖ। ਭਾਗਾਂ ਵਾਲਿਓ, ਕੁੱਤੇ ਨੂੰ ਨਾ ਫਾਰਸੀ ਭਾਸ਼ਾ ਦੇ ਵਿੱਚ ਸੱਗ ਕਿਹਾ ਜਾਂਦਾ ਹੈ, ਸੱਗ। ਤੇ ਕਾਜੀ ਨੂਰ ਮੁਹੰਮਦ ਨੂੰ ਅਹਿਮਦ ਸ਼ਾਹ ਅਬਦਾਲੀ ਕਹਿੰਦਾ ਵੀ ਤੂੰ ਸਿੱਖਾਂ ਨੂੰ ਸੱਗ ਕਰਕੇ ਲਿਖਣਾ ਹੈ। ਤੇ ਅਹਿਮਦ ਸ਼ਾਹ ਅਬਦਾਲੀ ਦੀ ਗੱਲ ਮੰਨ ਕੇ ਕਾਜੀ ਨੂਰ ਮੁਹੰਮਦ ਨੇ ਸਿੱਖਾਂ ਨੂੰ ਸੱਗ ਕਰਕੇ ਲਿਖ ਦਿੱਤਾ। ਪਰ ਸੱਚ ਜਾਣਿਓ, ਜਿਸ ਦਿਨ ਸਿੱਖਾਂ ਦਾ ਕਿਰਦਾਰ ਵੇਖਿਆ, ਕਰੈਕਟਰ ਵੇਖਿਆ, ਤੇ ਉਹੋ ਹੀ ਕਾਜੀ ਨੂਰ ਮੁਹੰਮਦ ਕਹਿੰਦਾ ਇਹ ਸੱਗ ਨਹੀਂ, ਇਹ ਤੇ ਸ਼ੇਰ ਨੇ, ਸ਼ੇਰ। ਔਰ ਬਕਾਇਦਾ ਉਹਨੇ ਫਾਰਸੀ ਦੇ ਵਿੱਚ ਸ਼ਬਦ ਲਿਖੇ, ਉਹ ਸ਼ਬਦ ਜਿਸ ਦੇ ਵਿੱਚ ਨਾ ਮਰਦ ਰਾ ਹੇਚਗਾ, ਗਰੇ ਜ਼ੰਦਾ ਨਾ ਹਮ ਨਾ ਗੀਰੰਦਰਾਰ, ਜ਼ਰੋ ਜ਼ੇਵਰ ਜ਼ਨ ਬਤਾ ਰਾਜ਼ ਨੀਜ਼, ਨਗੀਰੰਦ ਗਰ ਮਹਿਰੂ ਹਸਤੋ ਕਨੀਜ਼, ਜ਼ਨਾ ਹਮ ਨਾ ਬਾਸ਼ਦ ਮਿਆਨੇ ਸਗਾ, ਨਾ ਦੁਜ਼ਦੀ ਬਵਦਗਾਰੇ ਈ ਬਦਰਗਾ, ਨਾ ਜਾਨੀਓ ਸਾਰਕ ਨਾ ਦਰੰਦ ਦੋਸਤ, ਵਾ ਗਰ ਫੇਲ ਸਾ ਜੁਮਲਗੀ ਨਾ ਨਿਕੋਸਤ, ਸਗਾ ਰਾ ਨਗੋ ਸਕੇ ਹਸਤੰਦ ਸ਼ੇਰ, ਬਾ ਮੈਦਾਨ ਮਰਦਾਂ ਚੂ ਸ਼ੇਰਾਂ ਦਲੇਰ। ਇਹ ਇੱਕ ਮੁਸਲਮਾਨ ਨੇ ਲਿਖਿਆ ਤੇ ਸਿਫਤ ਕੀਤੀ ਹੈ ਸਿੱਖਾਂ ਦੇ ਕਿਰਦਾਰ ਦੀ, ਸਿੱਖਾਂ ਦੇ ਕਰੈਕਟਰ ਦੀ। ਉਹ ਕਹਿੰਦਾ ਕੋਈ ਵੀ ਸਿੱਖ ਵਿਕਾਰੀ ਨਹੀਂ ਹੁੰਦਾ, ਜਿਹੜਾ ਸੱਚਮੁੱਚ ਸਿੱਖ ਹੈ। ਔਰਤ ਛੋਟੀ ਹੈ, ਇਹ ਉਹਨੂੰ ਧੀ ਕਹਿੰਦਾ ਹੈ, ਬਰਾਬਰ ਦੀ ਹੈ, ਉਹਨੂੰ ਭੈਣ ਕਹਿੰਦਾ ਹੈ, ਤੇ ਜੇ ਵੱਡੀ ਹੈ, ਉਹਨੂੰ ਆਪਣੀ ਮਾਂ ਸਮਝਦਾ ਹੈ, ਉਹਨੂੰ ਮਾਂ, ਉਹਨੂੰ ਆਪਣੀ ਮਾਂ ਸਮਝਦਾ ਹੈ। ਤੇ ਇਹ ਕਿਰਦਾਰ, ਇਹ ਕਰੈਕਟਰ ਕਿੱਥੋਂ ਮਿਲਿਆ? ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਮਿਲਿਆ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰ ਤ੍ਰਿਆ ਰੂਪ ਨਾ ਪੇਖੈ ਨੇਤਰ, ਸੰਤ ਕੀ ਟਹਿਲ ਸਾਧ ਸੰਗ ਹੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ। ਜਿਹੜਾ ਆਪਣੇ ਆਪ ਨੂੰ ਮਾੜਾ ਕਹਿੰਦਾ ਏ, ਨੀਵਾਂ ਹੋ ਕੇ ਇਸ ਸੰਸਾਰ ਦੇ ਵਿੱਚ ਰਹਿੰਦਾ ਏ, ਸਤਿਗੁਰੂ ਪਾਤਸ਼ਾਹ ਕਹਿੰਦੇ ਉਹੋ ਹੀ ਪੂਰਨ ਸੰਤ ਹੈ। ਇੱਕ ਗੁਰੂ ਅਰਜਨ ਸਾਹਿਬ ਦਾ ਬੜਾ ਪਿਆਰਾ ਬਚਨ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ, ਜਿਹਦੇ ਵਿੱਚ ਮਹਾਰਾਜ ਨੇ ਸੰਤ ਬਾਰੇ ਗੱਲ ਕੀਤੀ ਹੈ ਵੀ ਸੰਤ ਕੌਣ ਹੈ। ਮਹਾਰਾਜ ਕਹਿੰਦੇ, ਮੰਤਰੰ ਰਾਮ ਰਾਮ ਨਾਮੰ, ਧਿਆਨੰ ਸਰਬੱਤਰ ਪੂਰਣੈ, ਗਿਆਨੰ ਸਮ ਦੁਖ ਸੁਖਯੰ ਜੁਗਤ ਨਿਰਮਲ ਨਿਰਵੈਰਣੈ, ਦਿਆਲੰ ਸਰਬੱਤਰ ਜੀਆਂ ਪੰਚ ਦੋਖ ਵਿਵਰਜਤੈ, ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ, ਜਲ ਕਮਲ ਰਹਤੇ ਖਟ ਲਖਿਣ ਪੂਰਨ ਪੁਰਖੈ, ਨਾਨਕ ਨਾਮ ਸਾਧ ਸਵਜਨੇ। ਜਿਹੜਾ ਰੱਬ ਦੀ ਭਗਤੀ ਕਰਦਾ ਹੈ, ਪਰਮਾਤਮਾ ਦੀ ਭਗਤੀ ਕਰਦਾ ਹੈ, ਜਿਹਦਾ ਰੱਬ ਦੇ ਨਾਲ ਪਿਆਰ ਹੈ, ਜਿਹੜਾ ਰਸਨਾ ਤੋਂ ਕਦੀ ਫਿੱਕਾ ਨਹੀਂ ਬੋਲਦਾ, ਜਿਹੜਾ ਹਮੇਸ਼ਾ ਨਿਮਰਤਾ ਦੇ ਵਿੱਚ ਰਹਿੰਦਾ ਹੈ, ਜਿਹੜਾ ਸਦਾ ਪਰ ਉਪਕਾਰ ਕਰਦਾ ਹੈ,
गुरु अर्जन साहब कहंदे ओ सच्चा ते सुच्चा संत है। ते मैं बेनती करां जी, ਜਿਹੜੇ ਰੱਬ ਦੀ ਭਗਤੀ ਕਰਦੇ ਨੇ, ਪਰਮਾਤਮਾ ਦੀ ਭਗਤੀ ਕਰਦੇ ਨੇ, ਐਸੇ ਮਹਾਂਪੁਰਖ, ਐਸੇ ਸੰਤ ਜਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਉਹਨਾਂ ਨੂੰ ਬੜਾ ਸਤਿਕਾਰ ਦਿੱਤਾ ਗਿਆ ਹੈ। ਮਹਾਰਾਜ ਨੇ ਤੇ ਜਦੋਂ ਆਪਾਂ ਪਾਵਨ ਬਾਣੀ ਪੜ੍ਹਦੇ ਆ, ਮਹਾਰਾਜ ਨੇ ਤੇ ਕਿਹਾ ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨਾ ਕੇ ਲੈਣ ਜੋ तेरा नाउ, लैण जो तेरा नाउ तिना के हाउ सद कुर्बाने जाऊं। काया रंगण जे थिए प्यारे, पाइए नाउ मजीठ, रंगण वाला जे रंगे साहिब ऐसा रंग न डीठ, जिनके चोले रतड़े प्यारे, कंत तिना के पास धूड़ तिना की जे मिले जी, कहो नानक की अरदास। महाराज कहंदे मेरे हर प्रीतम की कोई बात सुनावे, सो भाई सो मेरा वीर। महाराज कहंदे होवे कोई रब दी भगती करन वाला, परमात्मा दी भगती करन वाला, मैनू रब दी परमात्मा दी गल सुनाउण वाला, महाराज कहंदे ओ मेरा भरा आ, ओ मेरा वीर आ। बाबा जी ने ते बाणी च कहा तै साहिब की बात जे आखै, कहो नानक क्या दीजै, सीस वड्डे कर बैसन दीजै, विण सिर सेव करीजै, जो दिसै गुर सिखड़ा। पातशाह कहंदे कोई होवे गुरसिख, रब दी भगती करन वाला, परमात्मा दी भगती करन वाला, जो दिसै गुर सिखड़ा, तिस निम निम लागा पाए जियो। ध्यान देना साध संगत, आ बेनती करके मैं फतेह बुला देनी है। सचखंड श्री दरबार साहब दे हजूरी रागी गुरु दी हजूरी दे विच पहुंच चुके ने ते दास तो बाद भाई साहब होना ने आप सरबत संगतां नूं गुरबाणी कीर्तन राही निहाल करना है। बड़े प्यार दे नाल आपां इन्हां पासों गुरबाणी दा कीर्तन जिहड़ा है वो सरवण करना है। हुण ध्यान देना, महाराज कह रहे ने जो दीसै गुर सिखड़ा, तिस निम निम लागा पाए जियो। महाराज कहंदे ने होवे कोई पूर्ण गुरसिख, रब दी भगती करन वाला, परमात्मा दी भगती करन वाला, सतगुरु पातशाह कहंदे मैं ओदे पैरी पैण नूं तैयार आ, मैं ओदे चरनी पैण नूं तैयार आ। आपां पढ़दे आ ना बाणी, महाराज कहंदे ने जन नानक तिस गुरसिख की जो आप जपै अवरा नाम जपावे। जहां बाबा जी ने बाणी च कहा जिनके चोले रतड़े प्यारे, कंत तिना के पास धूड़ तिना की जे मिले जी, कहो नानक की अरदास। ये उन्हां रूहां दा सत्कार कीता है जेड़ियां रूहां रब दी भगती करदियां ने, परमात्मा दी भगती करदियां ने। और ध्यान देना साध संगत, जिन्नी गुरबाणी है कल्ली गुरु साहब ने गुरबाणी लिखी नहीं, ये सारी गुरबाणी प्रैक्टिकल है, सारी गुरबाणी प्रैक्टिकल है। जे महाराज ने कहा ना होवे कोई रब दी भगती करन वाला, मैं ओदे पैरी पैण वास्ते तैयार हां, ते महाराज ने प्रैक्टिकल करके दिखाया। मैं बेनती कर लगा लेट गए खाक पर जी पोष बिछाकर, पहरा देने लगे कई तलवार उठाकर, गोविंद पी शबबाश हुए खेमे में जाकर, देखा तो बैठे हैं गर्दन को झुकाकर, वाहे गुरु है मुख से निकलता, तू ही तू है मुख से निकलता। जब 1.5 घड़ी रात गई जिक्रे खुदा में, खेमे से निकल आए सरकार हवा में। कहंदे अद्धी रात हुई ते गुरु गोबिंद सिंह साहब उस तंबू दे विचों बाहर निकल आए, कलगीधर पातशाह उस तंबू दे विचों बाहर निकल आए। ते जोगी अल्लाह यार खां कहंदा है गुरु गोबिंद सिंह सच्चे पातशाह महाराज अपने ਸਿੰਘਾਂ ਨੂੰ प्यार करते ने। महाराज तंबू चों बाहर निकलते ने, अद्धी रात का समा है, सारे सिंह भूख सुते पे ने। कलगीधर पातशाह जी दे वड्डे फरजंद बाबा अजीत सिंह साहब, बाबा जुझार सिंह साहब वो भी सुते हुए ने। ते जदों महाराज तंबू दे विचों बाहर निकलते ने, गुरु गोबिंद सिंह सच्चे पातशाह महाराज अपने ਸਿੰਘਾਂ ਨੂੰ प्यार करते ने। हुण इत्थे जोगी अल्लाह यार खां ने बड़ा प्यारा लिखे, जोगी अल्लाह यार खां कहंदा जदों गुरु गोबिंद सिंह सच्चे पातशाह महाराज ने अपने ਸਿੰਘਾਂ ਨੂੰ ਵੇਖਿਆ, सब तो पहला गुरु गोबिंद सिंह सच्चे पातशाह महाराज ने अपने ਸਿੰਘਾਂ ਦੇ ਮੱਥੇ ਨੂੰ ਚੁੰਮਿਆ। महाराज ने
ਆਪਣੇ ਸਿੰਘਾਂ ਦੇ ਹੱਥਾਂ ਨੂੰ ਚੁੰਮਿਆ, ਤਲਵਾਰਾਂ ਚਲਾ ਚਲਾ ਕੇ ਹੱਥ ਮੁੜੇ ਹੋਏ ਨੇ, ਹੱਥਾਂ ਦੇ ਵਿੱਚੋਂ ਲਹੂ ਨਿਕਲਦਾ ਪਿਆ ਏ। ਤੇ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਹੱਥ ਵੇਖੇ, ਮਹਾਰਾਜ ਕੋਲੋਂ ਰਿਹਾ ਨਹੀਂ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਸਿੰਘਾਂ ਦੇ ਹੱਥ ਵੀ ਚੁੰਮਦੇ ਨੇ। ਤੇ ਜੋਗੀ ਅੱਲਾ ਯਾਰ ਖਾਂ ਕਹਿੰਦਾ ਪਹਿਲਾਂ ਮੱਥਾ ਚੁੰਮਿਆ, ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਸਿੰਘਾਂ ਦੇ ਹੱਥਾਂ ਨੂੰ ਚੁੰਮਦੇ ਨੇ। ਤੇ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਨਜ਼ਰ ਸਿੰਘਾਂ ਦੇ ਪੈਰਾਂ ਵੱਲ ਜਾਂਦੀ ਹੈ, ਮਹਾਰਾਜ ਕੀ ਦੇਖਦੇ ਨੇ? ਆਨੰਦਪੁਰ ਤੋਂ ਚੱਲੇ ਨੇ, ਪੈਰਾਂ ਦੇ ਵਿੱਚ ਕੋਈ ਜੁੱਤੀ ਨਹੀਂ, ਕੋਈ ਜੋੜਾ ਨਹੀਂ। ਭਾਗਾਂ ਵਾਲਿਓ, ਕੰਡੇ ਵੱਜ ਵੱਜ ਕੇ ਪੈਰਾਂ ਦੇ ਵਿੱਚੋਂ ਲਹੂ ਨਿਕਲਿਆ ਤੇ ਉਹ ਲਹੂ ਸਿੰਮਿਆ ਹੋਇਆ। ਕਈ ਵਾਰੀ ਸਾਡੇ ਕੰਡਾ ਵੱਜ ਜਾਵੇ ਨਾ ਤੇ ਉਹ ਕੰਡਾ ਅੰਦਰ ਰਹਿ ਜਾਵੇ ਤੇ ਉਹ ਥਾਂ ਭਰ ਜਾਂਦੀ ਏ, ਉੱਥੇ ਪਾਕ ਭਰ ਜਾਂਦੀ। ਕਹਿੰਦੇ ਵੀ ਉਹਨਾਂ ਦੇ ਪੈਰਾਂ ਦੇ ਵਿੱਚ ਕੰਡੇ ਵੱਜ ਵੱਜ ਕੇ ਪਾਕ ਭਰੀ ਹੋਈ ਹੈ। ਜਦੋਂ ਮਹਾਰਾਜ ਨੇ ਮੱਥਾ ਚੁੰਮਿਆ, ਹੱਥ ਚੁੰਮੇ, ਜਦੋਂ ਕਲਗੀਧਰ ਪਾਤਸ਼ਾਹ ਆਪਣੇ ਸਿੰਘਾਂ ਦੇ ਪੈਰ ਵੇਖਦੇ ਨੇ, ਮਹਾਰਾਜ ਕੋਲੋਂ ਰਿਹਾ ਨਹੀਂ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਸਿੰਘਾਂ ਦੇ ਪੈਰਾਂ ਨੂੰ ਵੀ ਚੁੰਮਿਆ। ਭਾਗਾਂ ਵਾਲਿਓ, ਇਹ ਮੈਂ ਨਹੀਂ ਕਹਿ ਰਿਹਾ, ਇਹ ਜੋਗੀ ਅੱਲਾ ਯਾਰ ਖਾਨ ਨੇ ਕਿਹਾ। ਉਹ ਕਹਿੰਦਾ ਜਿਨ ਸਿੰਘੋ ਨੇ ਕਲ मौत के साहिल था उतरना, कल सुबह था जिन खालसों ने जंग में मरना, बाली के शहीदों के हुआ जबक गुजरना, मुश्किल हुआ पाम कदम आगे को धरना, चूमा कभी हलकूम दहन चूमने बैठे, जब पांती आए तो चरण चूमने बैठे। जोगी अल्लाह यार खां कहंदा ਪਹਿਲਾਂ ਮੱਥਾ, ਫਿਰ ਮੋਢਾ, ਫਿਰ ਹੱਥ। ਤੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੈਰ ਵੇਖੇ, ਮਹਾਰਾਜ ਕੋਲੋਂ ਰਿਹਾ ਨਹੀਂ ਗਿਆ। ਮਹਾਰਾਜ ਆਪਣੇ ਸਿੰਘਾਂ ਦੇ ਪੈਰਾਂ ਨੂੰ ਵੀ ਚੁੰਮਦੇ ਨੇ। ਜੇ ਮਹਾਰਾਜ ਕਹਿੰਦੇ ਨੇ ਨਾ, ਹੋਵੇ ਕੋਈ ਰੱਬ ਦੀ ਭਗਤੀ ਕਰਨ ਵਾਲਾ, ਪ੍ਰਮਾਤਮਾ ਦੀ ਭਗਤੀ ਕਰਨ ਵਾਲਾ, ਮੈਂ ਉਹਦੇ ਪੈਰੀ ਪੈਣ ਵਾਸਤੇ ਤਿਆਰ ਆ। ਤੇ ਸੱਚ ਜਾਣਿਓ ਭਾਗਾਂ ਵਾਲਿਓ, ਗੁਰੂ ਸਾਹਿਬ ਨੇ ਪ੍ਰੈਕਟੀਕਲ ਕਰਕੇ ਵੀ ਦਿਖਾਇਆ। ਗੁਰੂ ਸਾਹਿਬ ਨੇ ਪ੍ਰੈਕਟੀਕਲ ਕਰਕੇ ਵੀ ਦਿਖਾਇਆ। ਮੈਂ ਬੇਨਤੀ ਕਰਾਂ ਜੀ, ਅੱਜ ਆਪਾਂ ਸਾਰੇ ਸੰਤ ਬਾਬਾ ਗੁਰਮੀਤ ਸਿੰਘ ਹੋਣਾ ਦੀ ਯਾਦ ਮਨਾ ਰਹੇ ਹਾਂ। ਤੇ ਉਹਨਾਂ ਦੇ ਵਰਸੋਏ ਸੰਤ ਬਾਬਾ ਸਤਿੰਦਰ ਸਿੰਘ ਜੀ ਸਤਿਕਾਰਯੋਗ। ਭਾਗਾਂ ਵਾਲਿਓ, ਅੱਜ ਮਹਾਂਪੁਰਖਾਂ ਦਾ ਦਿਨ ਮਨਾ ਰਹੇ ਆ। ਜਿਹੜੇ ਪੂਰਨੇ ਮਹਾਂਪੁਰਖ ਸਾਡੇ ਵਾਸਤੇ ਪਾ ਕੇ ਗਏ ਨੇ, ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ। क्योंकि एक विद्वान कहता जिनका दिन मनाते हो उनकी बात भी समझो, जिनका दिन मनाते हो उनका अर्शदात भी समझो। हम जब भी तुम्हारे दर पे गए, हाथों में लेके फूल गए, वो फिरना हर्षू मक्के का, वो गिरना रुकते पर्वत का, हर बात तुम्हारी याद रही, पैगाम तुम्हारा भूल गए, पैगाम तुम्हारा भूल गए। महापुरखा वर्गा जीवन बनाइए, ਤਾਂ ਹੀ ਉਹਨਾਂ ਦੀਆਂ ਯਾਦਾਂ ਮਨਾਈਆਂ ਜਿਹੜੀਆਂ ਨੇ ਉਹ ਸਫਲੀਆਂ ਹੋਣਗੀਆਂ। ਸਾਡਾ ਵੀ ਜੀਵਨ ਜਿਹੜਾ ਹੈ ਉਹ ਸਫਲਾ ਹੋਵੇਗਾ। ਧੰਨਵਾਦ ਰੱਬ ਵਰਗੀਆਂ ਸੰਗਤਾਂ ਦਾ, ਧੰਨਵਾਦ ਮੇਰੇ ਵੀਰ ਭਾਈ ਅਮਰਜੀਤ ਸਿੰਘ ਚਿੱਟੀ ਤੇ ਭਾਈ ਵਰਿਆਮ ਸਿੰਘ ਜੀ, ਜਿਨ੍ਹਾਂ ਨੇ ਆਪ ਸਰਬੱਤ ਸੰਗਤਾਂ ਦੇ ਦਰਸ਼ਨ ਕਰਾਏ ਨੇ। ਧੰਨਵਾਦ ਇੱਥੋਂ ਦੇ ਮੁਖੀ ਸੰਤ ਬਾਬਾ ਸਤਿੰਦਰ ਸਿੰਘ ਜੀ, ਗੁਰੂ ਘਰ ਦੇ ਵਜ਼ੀਰ ਸਹਿਬਾਨ ਦਾ ਧੰਨਵਾਦ। ਸਭ ਤੋਂ ਵੱਡਾ ਧੰਨਵਾਦ ਮੇਰੇ ਦੀਨ ਦੁਨੀਆ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ। ਬਾਣੀ ਪੜ੍ਹੀਏ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਗੁਰੂ ਵਾਲੇ ਬਣ ਕੇ ਆਪਣਾ ਜੀਵਨ ਜਿਹੜਾ ਏ ਉਹਨੂੰ ਸਫਲਾ ਬਣਾਈਏ। ਬਾਪੂ ਨੇ ਸਾਡੀ ਖਾਤਰ ਸਾਰਾ ਕੁਝ ਵਾਰ ਦਿੱਤਾ। ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ, ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਪੰਥ ਵਸੇ ਮੈਂ ਉਜੜਾ, ਮਨ ਚਾਉ ਕਨੇਰਾ, ਵਾਹੋ ਵਾਹੋ ਗੋਬਿੰਦ ਸਿੰਘ ਧੰਨ ਤੇਰਾ ਜੇਰਾ, ਵਾਹੋ ਵਾਹੋ ਗੋਬਿੰਦ ਸਿੰਘ ਧੰਨ ਤੇਰਾ ਜੇਰਾ। ਬਾਪੂ ਦਾ ਆਨੰਦਪੁਰ ਉਜੜ ਗਿਆ। ਅਸੀਂ 50-50 ਲੱਖ ਦੀਆਂ ਕੋਠੀਆਂ 'ਚ ਰਹਿੰਦੇ ਆ। ਬਾਪੂ ਦਾ ਪਰਿਵਾਰ ਤਿੰਨਾਂ ਹਿੱਸਿਆਂ ਵਿੱਚ ਵੰਡਿਆ ਗਿਆ। ਅਸੀਂ ਪਰਿਵਾਰਾਂ ਵਾਲੇ ਆ, ਟੱਬਰਾਂ ਵਾਲੇ ਆ। ਬਾਪੂ ਤੇ ਬਾਪੂ ਦੇ ਚਾਰੇ ਸਾਹਿਬਜ਼ਾਦੇ ਜਾਣ ਤੋਂ ਪਿਆਰੇ ਸਿੰਘ 7 ਮਹੀਨੇ ਭੁੱਖੇ ਰਹੇ। ਅਸੀਂ 36 ਪ੍ਰਕਾਰ ਦੇ ਭੋਜਨ ਖਾਂਦੇ ਆ। ਬਾਪੂ ਕੰਢਿਆਂ ਤੇ ਸੌਂਦਾ ਟਿੰਡ ਦਾ ਸਰਾਣਾ ਲਾ ਕੇ। ਭਾਗਾਂ ਵਾਲਿਓ, ਅਸੀਂ 50-50 ਹਜ਼ਾਰ ਦੇ ਬਿੱਡਾਂ ਤੇ ਸੌਂਦੇ ਆ। ਤੇ ਜੇ ਤਾਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸ਼ੁਕਰਾਨਾ ਨਾ ਕਰੀਏ ਤੇ ਮਾਫ ਕਰਨਾ, ਫਿਰ ਸਾਡੇ ਨਾਲੋਂ ਵੱਡਾ ਅਕਿਰਤ ਕਣ ਇਸ ਸੰਸਾਰ ਦੇ ਉੱਤੇ ਕੋਈ ਨਹੀਂ। ਗੁਰੂ ਗੋਬਿੰਦ ਸਿੰਘ ਦਾ ਦੇਣਾ ਨਹੀਂ ਦੇ ਸਕਦੇ। ਅੱਜ ਜੋ ਕੁਝ ਵੀ ਸਾਡੇ ਕੋਲ ਹੈ ਉਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਬਦੌਲਤ ਹੈ। ਧੰਨ ਜਿਗਰਾ ਕਲਗੀਆਂ
वाले दा धन तेरी कुर्बानी, ना कोई होया ते ना होना तेरे वर्गा दानी। ओ सुरती भी नहीं जाती जिथों तक ख्यालां दी सारी कौम देन नहीं दे सकदी। बाजां वालिया तेरे लालां दी, बाजां वालिया तेरे लालां दी। धन्नवाद सारियां दा। कथा करदियां होईयां भुल्लां माफ कर देनिया। गुरु रूप संगत गुरु ग्रंथ साहब पातशाह बख्शण जोग है। फतेह प्रवान करो जी। वाहिगुरु जी का खालसा, वाहिगुरु जी की फतेह। वाहिगुरु जी का